ਜਿਹੜੀ ਆਰਓਪੀ ਹੈ ਇਹ ਕੀ ਬਿਮਾਰੀ ਹੈ? ਇਹ ਮੈਡਮ ਆਰਓਪੀ ਨੂੰ ਅਸੀਂ ਰੈਟੀਨੋਪੈਥੀ ਆਫ ਪ੍ਰੀਮੈਚੁਰਿਟੀ ਕਹਿੰਦੇ ਆ। ਫੁੱਲ ਫਾਰਮ ਇਹਦਾ ਜਿਹੜਾ ਹੈਗਾ ਹੈ, ਯਾਨੀ ਕਿ ਪ੍ਰੀਮੈਚੁਰ ਯਾਨੀ 9 ਮਹੀਨੇ ਤੋਂ ਪਹਿਲਾਂ ਜਿਹੜੇ ਬੱਚੇ ਪੈਦਾ ਹੁੰਦੇ ਨੇ ਉਹਨਾਂ ਦੀਆਂ ਅੱਖਾਂ ਦੇ ਪਰਦਿਆਂ ਦੀ ਬਿਮਾਰੀ। ਕੁਝ ਇਦਾਂ ਦੇ ਸਿੰਪਟਮਸ ਨਹੀਂ ਹੁੰਦੇ ਬਿਮਾਰੀ ਦੇ ਜਿੱਤੇ ਕਿ ਆਮ ਔਰਤ ਨੂੰ ਜਾਂ ਆਮ ਇਨਸਾਨ ਨੂੰ ਇਸ ਬਿਮਾਰੀ ਦਾ ਪਤਾ ਲੱਗ ਜਾਵੇ ਕਿ ਮੇਰੇ ਬੱਚੇ ਨੂੰ ਇਹ ਬਿਮਾਰੀ ਹੋ ਰਹੀ ਹੈ? ਨਹੀਂ, ਅਨਫੋਰਚੂਨੇਟਲੀ ਇਸ ਬਿਮਾਰੀ ਦੇ ਸਿੰਪਟਮਸ ਜਿਹੜੇ ਨੇ ਇਨੀਸ਼ੀਅਲ ਸਟੇਜਸ ਦੇ ਵਿੱਚ ਜਦੋਂ ਇਹਨੂੰ ਦੇਖਣ ਦੀ ਲੋੜ ਹੈ ਔਰ ਇਲਾਜ ਕਰਨ ਦੀ ਲੋੜ ਹੈ, ਉਦੋਂ ਇਹਦਾ ਕੋਈ ਸਿੰਪਟਮ ਨਹੀਂ ਹੁੰਦਾ। ਸੋ ਇਸ ਬਿਮਾਰੀ ਦੇ ਸਿੰਪਟਮ ਜਦ ਤੱਕ ਆਉਂਦੇ ਨੇ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ, ਉਦੋਂ ਤੱਕ ਬਿਮਾਰੀ ਲਾਇਲਾਜ ਹੋ ਚੁੱਕੀ ਹੁੰਦੀ ਹੈ। ਜੇਕਰ ਡਾਕਟਰ ਇਸ ਦਾ ਇਲਾਜ ਕਰਦਾ ਹੈ, ਅੱਖਾਂ ਦਾ ਮਾਹਰ ਡਾਕਟਰ ਇਸ ਬਿਮਾਰੀ ਦਾ ਬੱਚੇ ਦਾ ਇਲਾਜ ਕਰਦਾ ਤੇ ਉਹਨੂੰ ਕੋਈ ਸਰੀਰਕ ਕੋਈ ਬਿਮਾਰੀ ਤਾਂ ਨਹੀਂ ਆ ਸਕਦੀ? ਉਸ ਤੋਂ ਬਾਅਦ ਕੋਈ ਸਾਈਡ ਇਫੈਕਟ ਤਾਂ ਨਹੀਂ ਹੁੰਦੇ ਇਲਾਜ ਤੋਂ ਬਾਅਦ? ਇੱਕ ਵਾਰੀ ਲੇਜ਼ਰ ਹੋ ਗਈ, ਬਿਮਾਰੀ ਘਟ ਗਈ, ਉਹਦੇ ਬਾਅਦ ਵੀ ਅਗਲੇ 10 ਸਾਲ ਤੱਕ ਸਾਲਾਨਾ ਰੂਪ ਤੇ ਬੱਚੇ ਦੀਆਂ ਅੱਖਾਂ ਦਾ ਮੁਆਇਨਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹਨਾਂ ਬੱਚਿਆਂ ਨੂੰ ਐਨਕ ਲੱਗਣ ਦੇ ਚਾਂਸਸ ਬਹੁਤ ਹਾਈ ਹੁੰਦੇ ਨੇ। ਕੀ ਬੱਚਾ ਉਮਰ ਭਰ ਦੇ ਲਈ ਬਲਾਈਂਡ ਹੋ ਸਕਦਾ ਹੈ ਜਾਂ ਉਸ ਦੀ ਰੋਸ਼ਨੀ ਹੈ ਜਿਹੜੀ ਕਿ ਦੁਬਾਰਾ ਐਟ ਦ ਏਜ ਆਫ 8th 10th 5th ਦੇ ਵਿੱਚ ਵੀ ਵਾਪਸ ਲੈ ਕੇ ਆ ਸਕਦੇ ਆ? ਨਹੀਂ ਜੀ, ਅਨਫੋਰਚੂਨੇਟਲੀ ਅਗੇਨ ਇਸ ਬਿਮਾਰੀ ਦਾ ਜਿਹੜਾ ਦੁਖਦ ਐਸਪੈਕਟ ਇਹੀ ਹੈ ਕਿ ਇੱਕ ਵਾਰੀ ਜੇ ਬੱਚਾ ਇਸ ਬਿਮਾਰੀ ਨਾਲ ਨਿਗਾਹ ਖੋ ਦੇਵੇ, ਯਾਨੀ ਨਿਗਾਹ ਉਹਦੀ ਅੱਧੀ ਹੋ ਗਈ ਜਾਂ ਪੂਰੀ ਚਲੀ ਗਈ, ਉਹ ਜ਼ਿੰਦਗੀ ਭਰ ਵਾਪਸ ਨਹੀਂ ਆਣੀ, ਭਾਵੇਂ ਜਿੰਨਾ ਮਰਜ਼ੀ ਉਪਰਾਲਾ ਕਰ ਲਓ, ਜਿੰਨਾ ਮਰਜ਼ੀ ਖਰਚਾ ਕਰ ਲਓ। ਸਤਿ ਸ਼੍ਰੀ ਅਕਾਲ ਜੀ, ਮੈਂ ਪ੍ਰਿਯੰਕਾ ਲੁਧਿਆਣਾ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਪ੍ਰੀਮੈਚੁਰ ਬੇਬੀ ਨੂੰ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਆਉਂਦੀਆਂ ਨੇ। ਉਹਦੇ ਵਿੱਚੋਂ ਇੱਕ ਪ੍ਰੋਬਲਮ ਅਜਿਹੀ ਵੀ ਪਾਈ ਜਾ ਰਹੀ ਹੈ ਜਿਹੜੀ ਕਿ ਅਗਰ ਪ੍ਰੀਮੈਚੁਰ ਬੇਬੀ ਨੂੰ ਲੱਗ ਜਾਂਦੀ ਹੈ ਤਾਂ ਉਸ ਦਾ ਕਿਤੇ ਵੀ ਕੋਈ ਇਲਾਜ ਨਹੀਂ ਹੁੰਦਾ। ਬਹੁਤ ਘੱਟ ਲੋਕਾਂ ਨੂੰ ਇਸ ਚੀਜ਼ ਬਾਰੇ ਗਿਆਨ ਹੋਏਗਾ ਕਿ ਉਹ ਬਿਮਾਰੀ ਹੈ ਆਰਓਪੀ, ਜਿਸ ਨੂੰ ਕਹਿੰਦੇ ਰੈਟੀਨੋਪੈਥੀ ਆਫ ਪ੍ਰੀਮੈਚੁਰਿਟੀ। ਸੋ ਇਸ ਸੰਬੰਧੀ ਗੱਲਬਾਤ ਕਰਨ ਦੇ ਨਾਲ ਅੱਜ ਸਾਡੇ ਨਾਲ ਜੁੜ ਚੁੱਕੇ ਨੇ ਰਾਣਾ ਹਸਪੀਟਲ ਦੇ ਵਿੱਚ ਡਾਕਟਰ ਅਜੇ ਕਪੂਰ ਜੀ, ਜੋ ਕਿ ਮਾਹਰ ਨੇ ਇਹਨਾਂ ਚੀਜ਼ਾਂ ਦੀ। ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਸਭ ਤੋਂ ਪਹਿਲਾਂ ਡਾਕਟਰ ਅਜੇ ਇਹ ਜਾਨਣਾ ਚਾਹਾਂਗੇ ਜਿਹੜੀ ਆਰਓਪੀ ਹੈ ਇਹ ਕੀ ਬਿਮਾਰੀ ਹੈ? ਇਹ ਮੈਡਮ ਆਰਓਪੀ ਨੂੰ ਅਸੀਂ ਰੈਟੀਨੋਪੈਥੀ ਆਫ ਪ੍ਰੀਮੈਚੁਰਿਟੀ ਕਹਿੰਦੇ ਆ। ਫੁੱਲ ਫਾਰਮ ਇਹਦਾ ਜਿਹੜਾ ਹੈਗਾ ਹੈ, ਯਾਨੀ ਕਿ ਪ੍ਰੀਮੈਚੁਰ ਯਾਨੀ 9 ਮਹੀਨੇ ਤੋਂ ਪਹਿਲਾਂ ਜਿਹੜੇ ਬੱਚੇ ਪੈਦਾ ਹੁੰਦੇ ਨੇ ਉਹਨਾਂ ਦੀਆਂ ਅੱਖਾਂ ਦੇ ਪਰਦਿਆਂ ਦੀ ਬਿਮਾਰੀ। ਜੀ। ਸੋ ਜੇ ਆਪਾਂ ਇਸ ਬਿਮਾਰੀ ਨੂੰ ਵਿਸਤਾਰ 'ਚ ਇਹਦੇ ਬਾਰੇ ਗੱਲਬਾਤ ਕਰੀਏ ਤਾਂ ਬੱਚਾ ਇਹ ਕੋਈ ਬਿਮਾਰੀ ਲੈ ਕੇ ਪੈਦਾ ਨਹੀਂ ਹੁੰਦਾ। ਜਿਵੇਂ ਕਈ ਬਿਮਾਰੀਆਂ ਹੁੰਦੀਆਂ, ਜਿਵੇਂ ਕੰਜੈਨੀਟਲ ਹਾਰਟ ਡਿਜ਼ੀਜ਼, ਉਹ ਬੱਚੇ ਨੂੰ ਜਨਮ ਤੋਂ ਹੀ ਉਹਦਾ ਦਿਲ ਦੇ ਵਿੱਚ ਕੋਈ ਸੁਰਾਖ ਹੈ ਜਾਂ ਕੋਈ ਹੋਰ ਖਰਾਬੀ ਹੈ, ਉਹ ਬਿਮਾਰੀ ਲੈ ਕੇ ਪੈਦਾ ਹੋਇਆ ਹੈ। ਲੇਕਿਨ ਆਰਓਪੀ ਯਾਨੀ ਰੈਟੀਨੋਪੈਥੀ ਆਫ ਪ੍ਰੀਮੈਚੁਰਿਟੀ ਲੈ ਕੇ ਬੱਚਾ ਪੈਦਾ ਨਹੀਂ ਹੁੰਦਾ। ਉਹ ਜਿਵੇਂ ਜਿਵੇਂ ਵੱਡਾ ਹੁੰਦਾ ਹੈ, ਪਹਿਲੇ 2 ਮਹੀਨਿਆਂ ਦੇ ਅੰਦਰ ਅੰਦਰ ਉਹਦੀ ਅੱਖ ਦੇ ਵਿੱਚ ਇਹ ਬਿਮਾਰੀ ਆਉਂਦੀ ਹੈ, ਡਿਵੈਲਪ ਹੁੰਦੀ ਹੈ। ਸੋ ਇਸ ਬਿਮਾਰੀ ਨੂੰ ਦੇਖਣ ਲਈ ਸਾਨੂੰ ਬੱਚੇ ਨੂੰ ਜਨਮ ਤੋਂ 30 ਦਿਨ ਦੇ ਅੰਦਰ ਅੰਦਰ ਦੇਖਣਾ ਬਹੁਤ ਜ਼ਰੂਰੀ ਹੈ। ਇਹਨੂੰ ਅਸੀਂ ਕਹਿੰਦੇ ਆ 30 ਦਿਨ ਰੋਸ਼ਨੀ ਕੇ। ਜੀ, ਤੁਹਾਡਾ ਇਹ ਕਹਿਣ ਦਾ ਮਤਲਬ ਹੈ ਕਿ ਇਹ ਬਿਮਾਰੀ ਅਜਿਹੀ ਬਿਮਾਰੀ ਹੈ ਜਿਹੜੀ ਕਿ ਬੱਚੇ ਦੇ ਧਰਤੀ ਤੇ ਆਉਣ ਤੋਂ ਬਾਅਦ ਉਸ ਨੂੰ ਲੱਗਦੀ ਹੈ, ਉਸ ਤੋਂ ਪਹਿਲਾਂ ਇਹ ਬਿਮਾਰੀ ਬੱਚੇ ਨੂੰ ਨਹੀਂ ਹੁੰਦੀ, ਯਾਨੀ ਕਿ ਗਰਭ ਦੇ ਵਿੱਚ ਇਹ ਬਿਮਾਰੀ ਨਹੀਂ ਹੋ ਸਕਦੀ? ਹਾਂਜੀ, ਗਰਭ ਵਿੱਚ ਬਿਮਾਰੀ ਨਹੀਂ ਹੋ ਸਕਦੀ। ਜੇ ਅਸੀਂ ਜਨਮ ਤੋਂ ਬਾਅਦ ਵੀ ਗੱਲ ਕਰੀਏ ਤਾਂ ਪਹਿਲੇ ਹਫਤੇ ਜਾਂ ਦੂਸਰੇ ਹਫਤੇ ਵਿੱਚ ਵੀ ਇਹ ਬਿਮਾਰੀ ਨਹੀਂ ਹੋਏਗੀ। ਇਹ ਬਿਮਾਰੀ ਦਾ ਕਾਰਨ ਜਿਹੜਾ ਹੈ ਬੱਚੇ ਦਾ 9 ਮਹੀਨੇ ਤੋਂ ਪਹਿਲੇ ਪੈਦਾ ਹੋਣਾ, ਉਹਦੇ ਫੇਫੜਿਆਂ ਦਾ ਕਮਜ਼ੋਰ ਹੋਣਾ, ਉਹਨੂੰ ਬਹੁਤ ਸਾਰੀਆਂ ਜਨਮ ਹੁੰਦਿਆਂ ਹੀ ਇਨਫੈਕਸ਼ਨਸ ਲੱਗਣਾ, ਬਹੁਤ ਸਾਰੀ ਆਕਸੀਜਨ ਦੀ ਰਿਕੁਆਇਰਮੈਂਟ ਹੋਣ ਦੇ ਨਾਲ ਉਹਨੂੰ ਇਹ ਬਿਮਾਰੀ ਹੁੰਦੀ ਹੈ। ਕਿਉਂਕਿ ਮਾਂ ਦੇ ਪੇਟ ਦੇ ਵਿੱਚ ਇੱਕ ਨਪੀ ਤੁਲੀ ਆਕਸੀਜਨ ਮਿਲਦੀ ਹੈ ਬੱਚੇ ਨੂੰ, ਲੇਕਿਨ ਜਦੋਂ ਬੱਚਾ ਹਵਾ ਦੇ ਵਿੱਚ ਸਾਹ ਲੈਂਦਾ ਹੈ, ਇੱਕ ਹਸਪੀਟਲ ਦੇ ਵਿੱਚ ਦਾਖਲ ਹੁੰਦਾ ਹੈ, ਤਾਂ ਉਸ ਨੂੰ ਬਚਾਉਣ ਲਈ ਕਾਫੀ ਜ਼ਿਆਦਾ ਮਾਤਰਾ 'ਚ ਉਹਨੂੰ ਆਕਸੀਜਨ ਦਿੱਤੀ ਜਾਂਦੀ ਹੈ ਔਰ ਐਜ਼ ਆਕਸੀਜਨ ਦੇ ਨਾਲ ਵੀ ਇਹ ਬਿਮਾਰੀ ਜਿਹੜੀ ਹੈ ਥੋੜੀ ਆ ਜਾਂਦੀ ਹੈ। ਸੋ ਡਾਕਟਰ ਸਾਹਿਬ, ਇੱਥੇ ਜਿਹੜਾ ਤੁਸੀਂ ਕਾਰਨਾਂ ਦੀ ਗੱਲ ਕੀਤੀ ਹੈ, ਤੁਸੀਂ ਲੱਛਣਾਂ ਦੀ ਗੱਲ ਕੀਤੀ ਹੈ, ਲੱਛਣਾਂ ਦੀ ਪਹਿਚਾਣ ਮਤਲਬ ਇਹ ਸਿੰਪਟਮਸ ਡਾਕਟਰ ਹੀ ਪਤਾ ਕਰ ਸਕਦੇ ਨੇ। ਕੁਝ ਇਦਾਂ ਦੇ ਸਿੰਪਟਮਸ ਨਹੀਂ ਹੁੰਦੇ ਬਿਮਾਰੀ ਦੇ ਜਿੱਤੇ ਕਿ ਆਮ ਔਰਤ ਨੂੰ ਜਾਂ ਆਮ ਇਨਸਾਨ ਨੂੰ ਇਸ ਬਿਮਾਰੀ ਦਾ ਪਤਾ ਲੱਗ ਜਾਵੇ ਕਿ ਮੇਰੇ ਬੱਚੇ ਨੂੰ ਇਹ ਬਿਮਾਰੀ ਹੋ ਰਹੀ ਹੈ? ਨਹੀਂ, ਅਨਫੋਰਚੂਨੇਟਲੀ ਇਸ ਬਿਮਾਰੀ ਦੇ ਸਿੰਪਟਮਸ ਜਿਹੜੇ ਨੇ ਇਨੀਸ਼ੀਅਲ ਸਟੇਜਸ ਦੇ ਵਿੱਚ ਜਦੋਂ ਇਹਨੂੰ ਦੇਖਣ ਦੀ ਲੋੜ ਹੈ ਔਰ ਇਲਾਜ ਕਰਨ ਦੀ ਲੋੜ ਹੈ, ਉਦੋਂ ਇਹਦਾ ਕੋਈ ਸਿੰਪਟਮ ਨਹੀਂ ਹੁੰਦਾ। ਅਸੀਂ ਮੈਡੀਕਲ ਭਾਸ਼ਾ ਦੇ ਵਿੱਚ ਕਿਸੇ ਵੀ ਬਿਮਾਰੀ ਦੇ ਲੱਛਣਾਂ ਨੂੰ 2 ਤਰੀਕਿਆਂ 'ਚ ਡਿਵਾਈਡ ਕਰਦੇ ਹਾਂ, ਸਿੰਪਟਮਸ ਐਂਡ ਸਾਈਨਸ। ਸਿੰਪਟਮ ਮਤਲਬ ਜੋ ਚੀਜ਼ ਇੱਕ ਆਮ ਆਦਮੀ ਘਰ ਦੇਖ ਸਕਦਾ ਹੈ ਜਾਂ ਮਰੀਜ਼ ਦੱਸ ਸਕਦਾ ਹੈ, ਸਾਈਨ ਜੋ ਡਾਕਟਰ ਲੱਭਦਾ ਹੈ ਜਾਂ ਦੇਖਦਾ ਹੈ।
ਸੋ ਇਸ ਬਿਮਾਰੀ ਦੇ ਸਿੰਪਟਮ ਜਦ ਤੱਕ ਆਉਂਦੇ ਨੇ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ, ਉਦੋਂ ਤੱਕ ਬਿਮਾਰੀ ਲਾਇਲਾਜ ਹੋ ਚੁੱਕੀ ਹੁੰਦੀ ਹੈ। ਸੋ ਤਾਂ ਹੀ ਇਸ ਬਿਮਾਰੀ ਨੂੰ ਜਨਮ ਤੋਂ 30 ਦਿਨ ਦੇ ਅੰਦਰ ਅੰਦਰ ਜਿਹੜਾ ਦੇਖਣ ਦਾ ਪ੍ਰੈਰੋਗੇਟਿਵ ਹੈ ਉਹ ਇੱਕ ਪੀਡੀਆਟ੍ਰੀਸ਼ੀਅਨ ਯਾਨੀ ਬੱਚਿਆਂ ਦੇ ਮਾਹਿਰ ਡਾਕਟਰ ਨੂੰ ਹੀ ਮਾਪਿਆਂ ਨੂੰ ਸਲਾਹ ਦੇਣੀ ਪਏਗੀ ਕਿ ਤੁਸੀਂ 30 ਦਿਨ ਦੇ ਅੰਦਰ ਅੰਦਰ ਫਲਾਂ ਅੱਖਾਂ ਦੇ ਮਾਹਿਰ ਡਾਕਟਰ ਨੂੰ ਇਸ ਬੱਚਾ ਨੂੰ ਦਿਖਾਓ। ਸੋ ਜਿਵੇਂ ਕਿ ਕਿਸੇ ਆਮ ਹਸਪੀਟਲ ਦੇ ਵਿੱਚ ਅਗਰ ਬੱਚਾ ਜਨਮ ਲੈਂਦਾ ਹੈ ਜਿੱਥੇ ਕਿ ਅੱਖਾਂ ਦੇ ਮਾਹਿਰ ਡਾਕਟਰ ਨਹੀਂ ਹੈ, ਸੋ ਉਸ ਡਾਕਟਰ ਨੂੰ ਵੀ ਪਤਾ ਲੱਗ ਸਕਦਾ ਹੈ ਕਿ ਇਸ ਬੱਚੇ ਨੂੰ ਆਰਓਪੀ ਯਾਨੀ ਕਿ ਰੈਟਨੋਪੈਥੀ ਆਫ ਪ੍ਰੀਮੈਚੁਰਿਟੀ ਦੀ ਬਿਮਾਰੀ ਲੱਗ ਚੁੱਕੀ ਹੈ। ਸਾਡੇ ਦੇਸ਼ ਦੇ ਵਿੱਚ ਆਰਓਪੀ ਨੂੰ ਦੇਖਣ ਲਈ ਜਿਹੜੀਆਂ ਗਾਈਡਲਾਈਨਸ ਬਣਾਈਆਂ ਗਈਆਂ ਨੇ ਉਹ ਇਹ ਹੈਗੀਆਂ ਕਿ ਕੋਈ ਵੀ ਬੱਚਾ ਜਿਹੜਾ 35 ਹਫ਼ਤੇ ਤੋਂ ਘੱਟ ਸਮੇਂ 'ਚ ਜਨਮ ਲੈਂਦਾ ਹੈ ਜਾਂ ਜਿਹੜਾ ਜਨਮ ਤੇ ਹੀ ਜਿਹਦਾ ਭਾਰ 2000 ਗ੍ਰਾਮ ਯਾਨੀ 2 ਕਿਲੋ ਤੋਂ ਘੱਟ ਹੈ, ਉਸ ਦੀ ਆਰਓਪੀ ਸਕਰੀਨਿੰਗ ਯਾਨੀ ਆਰਓਪੀ ਲੱਭਣ ਲਈ ਉਹਦੀ ਅੱਖਾਂ ਦੀ ਜਾਂਚ ਬਹੁਤ ਜ਼ਰੂਰੀ ਹੈ, ਕਰਵਾਉਣੀ ਚਾਹੀਦੀ ਹੈ। ਈਵਨ ਇਸ ਤੋਂ ਵੱਡੇ ਬੱਚਿਆਂ ਦੀ ਵੀ ਜਾਂਚ, ਕਈ ਵਾਰੀ 36 ਹਫ਼ਤੇ ਦੇ ਬੱਚਾ ਪੈਦਾ ਹੋਇਆ ਹੈ ਜਾਂ 2.5 ਕਿਲੋ ਦਾ ਹੈ, ਉਹਦੀ ਜਾਂਚ ਵੀ ਅਸੀਂ ਕਰਦੇ ਹਾਂ। ਅਗਰ ਬੱਚਾ ਜਨਮ ਲੈਂਦਿਆਂ ਹੀ ਬਹੁਤ ਬਿਮਾਰ ਰਿਹਾ ਹੈ, ਵੈਂਟੀਲੇਟਰ ਤੇ ਰਿਹਾ ਹੈ, ਤੇ ਉਹਦੀ ਅੱਖਾਂ 'ਚ ਵੀ ਆਰਓਪੀ ਆ ਸਕਦੀ ਹੈ। ਸੋ ਇਹ ਬਿਮਾਰੀ ਦੇ ਨਾਲ ਕੀ ਬੱਚੇ ਦੇ ਅੱਖਾਂ ਦੇ ਪਰਦੇ ਕਮਜ਼ੋਰ ਹੋ ਜਾਂਦੇ ਨੇ, ਨਜ਼ਰ ਕਮਜ਼ੋਰ ਹੋ ਜਾਂਦੀ ਹੈ, ਪ੍ਰੋਪਰ ਬਲਾਈਂਡ ਹੋ ਜਾਂਦਾ ਬੱਚਾ? ਹਾਂਜੀ, ਇਹ ਬਿਮਾਰੀ ਜਿਹੜੀ ਹੈ ਅੱਖ ਦੇ ਪਰਦੇ ਯਾਨੀ ਰੈਟਿਨਾ ਦੀ ਖੂਨ ਦੀਆਂ ਨਾੜੀਆਂ ਦੀ ਬਿਮਾਰੀ ਹੈ। ਇਸ ਵਿੱਚ ਖੂਨ ਦੀਆਂ ਨਾੜੀਆਂ ਬੰਦੇ ਰੁਕ ਜਾਂਦੀਆਂ ਨੇ। ਕੁਝ ਦੇਰ ਰੁਕਣ ਤੋਂ ਬਾਅਦ ਜ਼ਿਆਦਾਤਰ ਬੱਚਿਆਂ ਦੀ ਇਹ ਜਿਹੜੀ ਖੂਨ ਦੀਆਂ ਨਾੜੀਆਂ ਨੇ ਇਹ ਵਾਪਸ ਤੁਰ ਪੈਣਗੀਆਂ, ਲੇਕਿਨ 10 ਤੋਂ 15% ਬੱਚਿਆਂ ਦੀਆਂ ਨਾੜੀਆਂ ਉੱਥੇ ਹੀ ਰੁਕ ਕੇ ਖਰਾਬ ਰੂਪ 'ਚ ਬਣਨੀਆਂ ਸ਼ੁਰੂ ਹੋ ਜਾਣਗੀਆਂ। ਉਸ ਸਟੇਜ ਦੇ ਉੱਤੇ ਇਸ ਬਿਮਾਰੀ ਨੂੰ ਸਾਨੂੰ ਇਲਾਜ ਕਰਨਾ ਪੈਂਦਾ ਹੈ। ਇਲਾਜ ਇਹਦਾ 2 ਚੀਜ਼ਾਂ ਰਾਹੀਂ ਹੈ, ਜਾਂ ਤਾਂ ਅੱਖ ਦੇ ਪਰਦੇ ਤੇ ਲੇਜ਼ਰ ਕਿਰਨਾਂ ਦਾ ਸੇਕ ਲੱਗਦਾ ਹੈ ਜਾਂ ਫਿਰ ਅੱਖ ਦੇ ਅੰਦਰ ਦਵਾਈਆਂ ਦੇ ਇੰਜੈਕਸ਼ਨ ਲੱਗਦੇ ਨੇ। ਔਰ ਅਗਰ ਇੰਜੈਕਸ਼ਨ ਵੀ ਲੱਗੇ ਤਾਂ ਉਹਨਾਂ ਬੱਚਿਆਂ ਨੂੰ ਵੀ ਜ਼ਿਆਦਾਤਰ ਨੂੰ ਬਾਅਦ ਵਿੱਚ ਅੱਖ ਦੇ ਪਰਦੇ ਤੇ ਲੇਜ਼ਰ ਲਗਾਉਣ ਦੀ ਜ਼ਰੂਰਤ ਪੈਂਦੀ ਹੈ। ਇਸ ਬਿਮਾਰੀ ਦੇ ਵਿੱਚ ਇੱਕ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਗਰ ਬੱਚਿਆਂ ਦਾ ਡਾਕਟਰ ਜਿਸ ਨੂੰ ਸਮਝ ਹੈ ਕਿ ਆਰਓਪੀ ਦੀ ਸਕਰੀਨਿੰਗ ਕਰਾਉਣੀ ਚਾਹੀਦੀ, ਉਹ ਮਾਂ ਪਿਓ ਨੂੰ ਕਹਿ ਦਿੰਦਾ ਹੈ ਕਿ ਵੀ ਬੱਚੇ ਨੂੰ ਦਿਖਾ ਲਓ, ਉਹਦੇ ਅੱਗੋਂ 2-3 ਕੰਪਲਿਕੇਸ਼ਨਸ ਆਉਂਦੀਆਂ ਨੇ। ਇੱਕ ਤਾਂ ਬਹੁਤ ਸਾਰੇ ਮਾਂ-ਬਾਪ ਸਾਡੇ ਦੇਸ਼ ਦੇ ਵਿੱਚ ਜਿਵੇਂ ਪਿੰਡੂ ਸੈਕਟਰ ਤੋਂ ਆਉਂਦੇ ਨੇ, ਪਿੰਡਾਂ 'ਚੋਂ ਆਉਂਦੇ ਨੇ, ਜਾਂ ਜ਼ਿਆਦਾ ਪੜ੍ਹੇ ਲਿਖੇ ਨਾ ਹੋਣ, ਉਹ ਘਰ ਜਾਂਦੇ ਨੇ ਆਪਣੇ ਬਜ਼ੁਰਗਾਂ ਨਾਲ ਜਾਂ ਕਿਸੇ ਹੋਰ ਰਿਸ਼ਤੇਦਾਰ ਨਾਲ ਗੱਲ ਕਰਦੇ ਨੇ, ਉਹਨਾਂ ਨੇ ਕਦੀ ਇਹ ਬਿਮਾਰੀ ਸੁਣੀ ਨਹੀਂ ਹੁੰਦੀ। ਉਹ ਕਹਿੰਦੇ ਨੇ ਨਹੀਂ ਤੁਹਾਨੂੰ ਐਵੇਂ ਹੀ ਡਾਕਟਰ ਸਾਹਿਬ ਨੇ ਦ ਲੀਡਿੰਗ ਯੂ ਐਸਟਰੇ ਤੁਹਾਨੂੰ ਐਵੇਂ ਇੱਧਰ ਉੱਧਰ ਭਜਾ ਰਹੇ ਨੇ, ਐਡੇ ਛੋਟੇ ਬੱਚੇ ਦੀ ਅੱਖਾਂ 'ਚ ਕੋਈ ਬਿਮਾਰੀ ਨਹੀਂ ਆ ਸਕਦੀ। ਲੇਕਿਨ ਜਦ ਤੱਕ ਉਹ ਮਾਂ-ਬਾਪ ਸਮਝ ਕੇ ਬੱਚੇ ਦੇ ਲੱਛਣ ਦੇਖ ਕੇ ਆਉਂਦੇ ਨੇ ਉਦੋਂ ਤੱਕ ਦੇਰੀ ਹੋ ਚੁੱਕੀ ਹੁੰਦੀ ਹੈ। ਦੂਸਰੀ ਇਹਦੇ 'ਚ ਕੰਪਲਿਕੇਸ਼ਨ ਇੱਕ ਇਹ ਹੈ ਕਿ ਕਈ ਵਾਰੀ ਕਈ ਇਲਾਕਿਆਂ ਦੇ ਵਿੱਚ ਆਪਣੇ ਦੇਸ਼ ਦੇ ਵਿੱਚ ਜਦੋਂ ਕਹਿ ਵੀ ਦਿੱਤਾ ਜਾਂਦਾ ਕਿ ਅੱਖਾਂ ਦੇ ਮਾਹਿਰ ਨੂੰ ਚੈੱਕ ਕਰਾ ਲਓ, ਉਹਨਾਂ ਨੂੰ ਅੱਖਾਂ ਦਾ ਮਾਹਿਰ ਲੱਭਦਾ ਨਹੀਂ, ਕਿਉਂਕਿ ਹਰ ਅੱਖਾਂ ਦਾ ਮਾਹਿਰ ਇਸ ਬਿਮਾਰੀ ਨੂੰ ਨਹੀਂ ਦੇਖ ਪਾਏਗਾ। ਇਹਦੇ ਲਈ ਬਿਹਤਰ ਹੈ ਕਿ ਇੱਕ ਅੱਖਾਂ ਦੇ ਪਰਦਿਆਂ ਦੇ ਸਪੈਸ਼ਲਿਸਟ ਨੂੰ ਦਿਖਾਇਆ ਜਾਏ ਜਾਂ ਅੱਖਾਂ ਦਾ ਮਾਹਿਰ ਡਾਕਟਰ ਉਹ ਇਸ ਬਿਮਾਰੀ ਨੂੰ ਦੇਖੇ ਜਿਹਨੇ ਇਸ ਬਿਮਾਰੀ ਦੇ ਉੱਤੇ ਕੋਈ ਖਾਸ ਕੋਈ ਕੋਰਸ ਕੀਤਾ ਹੋਇਆ ਜਿਹੜਾ ਇਸ ਬਿਮਾਰੀ ਨੂੰ ਦੇਖਣਾ ਜਾਣਦਾ ਹੈ। ਸੋ ਇੱਥੇ ਗੱਲਬਾਤ ਕਰ ਰਹੇ ਹਾਂ ਅਸੀਂ ਬੱਚਿਆਂ ਦੀ ਉਸ ਬਿਮਾਰੀ ਦੀ ਜਿਹੜੀ ਬਿਮਾਰੀ ਅਗਰ ਬੱਚਿਆਂ ਨੂੰ ਲੱਗ ਜਾਂਦੀ ਹੈ ਤਾਂ ਡਾਕਟਰ ਸਾਹਿਬ ਕਹਿ ਰਹੇ ਨੇ ਕਿ ਉਸ ਦਾ ਕੋਈ ਇਲਾਜ ਨਹੀਂ ਹੁੰਦਾ, ਜਦਕਿ ਅੱਖਾਂ ਦਾ ਮਾਹਿਰ ਡਾਕਟਰ ਹੀ ਇਸ ਬਿਮਾਰੀ ਨੂੰ ਚੈੱਕ ਕਰ ਸਕਦਾ ਹੈ। ਸੋ ਅਸੀਂ ਇੱਥੇ ਇਹ ਵੀ ਜਾਣਨਾ ਚਾਹਾਂਗੇ ਡਾਕਟਰ ਸਾਹਿਬ, ਜੇਕਰ ਡਾਕਟਰ ਇਸ ਦਾ ਇਲਾਜ ਕਰਦਾ ਹੈ, ਅੱਖਾਂ ਦਾ ਮਾਹਿਰ ਡਾਕਟਰ ਇਸ ਬਿਮਾਰੀ ਦਾ ਬੱਚੇ ਦਾ ਇਲਾਜ ਕਰਦਾ ਤੇ ਉਹਨੂੰ ਕੋਈ ਸਰੀਰਕ ਕੋਈ ਬਿਮਾਰੀ ਤਾਂ ਨਹੀਂ ਆ ਸਕਦੀ, ਉਸ ਤੋਂ ਬਾਅਦ ਕੋਈ ਸਾਈਡ ਇਫੈਕਟ ਤਾਂ ਨਹੀਂ ਹੁੰਦੇ ਇਲਾਜ ਤੋਂ ਬਾਅਦ? ਜਿਵੇਂ ਕਿ ਬਹੁਤ ਛੋਟਾ ਬੇਬੀ ਹੁੰਦਾ ਹੈ, ਪ੍ਰੀਮੈਚੁਰ ਵੀ ਹੁੰਦਾ ਹੈ, ਤੇ ਕੀ ਉਸ ਨੂੰ ਕੋਈ ਸਾਈਡ ਇਫੈਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ? ਦੇਖੋ, ਜਦੋਂ ਅਸੀਂ ਬੱਚੇ ਦੀ ਲੇਜ਼ਰ ਕਰਨੀ ਹੈ ਉਦੋਂ ਬੱਚਾ ਰੋ ਰਿਹਾ ਹੁੰਦਾ ਹੈ, ਹਿਲ ਰਿਹਾ ਹੁੰਦਾ ਹੈ। ਹਿਲਦੇ ਜੁਲਦੇ ਰੋਂਦੇ ਹੋਏ ਬੱਚੇ ਦੇ ਵਿੱਚ ਲੇਜ਼ਰ ਕਰਨਾ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਕਲਾ ਹੈ। ਔਰ ਜ਼ਿਆਦਾਤਰ ਇਹ ਜਿਹੜਾ ਹਿਲਦੇ ਜੁਲਦੇ ਬੱਚੇ ਦੇ ਵਿੱਚ ਆਪਾਂ ਲੇਜ਼ਰ ਕਰਦੇ ਹਾਂ, ਇਹ ਹਿੰਦੁਸਤਾਨ ਦੇ ਵਿੱਚ ਹੀ ਜ਼ਿਆਦਾ ਇੱਦਾਂ ਅਸੀਂ ਡਿਵੈਲਪ ਕੀਤਾ ਹੈ। ਆਪਣੇ ਇੰਡੀਅਨ ਡਾਕਟਰਾਂ ਨੇ ਸਾਨੂੰ ਇਸ ਗੱਲ ਦਾ ਸ਼੍ਰੇਅ ਹੈ, ਕਿਉਂਕਿ ਜੇ ਅਸੀਂ ਅਮਰੀਕਾ, ਇੰਗਲੈਂਡ ਵਗੈਰਾ ਦੇ ਦੇਸ਼ਾਂ ਦੀ ਗੱਲ ਕਰੀਏ, ਉੱਥੇ ਬੱਚੇ ਨੂੰ ਬੇਹੋਸ਼ ਕਰਕੇ ਫਿਰ ਲੇਜ਼ਰ ਕੀਤਾ ਜਾਂਦਾ ਹੈ। ਲੇਕਿਨ ਬੇਹੋਸ਼ੀ ਦੀਆਂ ਆਪਣੀਆਂ ਕੰਪਲਿਕੇਸ਼ਨਸ ਨੇ। ਕਈ ਵਾਰੀ ਬੱਚਾ ਬੇਹੋਸ਼ੀ ਹੋਣ ਤੋਂ ਬਾਅਦ ਵੈਂਟੀਲੇਟਰ ਤੇ ਚੜਾਉਣਾ ਪੈ ਜਾਂਦਾ ਹੈ। ਕਈ ਬੱਚੇ ਬੇਹੋਸ਼ੀ ਦੇ ਨਾਲ ਮਰ ਵੀ ਜਾਂਦੇ ਨੇ। ਸੋ ਅਸੀਂ ਇਹ ਰਿਸਕ ਨਹੀਂ ਲੈਂਦੇ ਔਰ ਅਸੀਂ ਹਿਲਦੇ ਜੁਲਦੇ ਬੱਚੇ ਦੀ ਲੇਜ਼ਰ ਕਰਦੇ ਹਾਂ। ਲੇਜ਼ਰ ਦੇ ਦੌਰਾਨ ਲੇਕਿਨ ਬੱਚੇ ਨੂੰ ਕੋਈ ਦਿਲ ਦੀ ਧੜਕਣ ਦਾ ਵਿਗੜਨਾ ਜਾਂ ਸਾਹ ਉਖੜਨਾ ਡਿਵੈਲਪ ਹੋ ਸਕਦਾ ਹੈ। ਐਸੇ ਲਈ ਇਹ ਲੇਜ਼ਰ ਜਿਹੜਾ ਹੈ ਇਹ ਬੱਚਿਆਂ ਦੇ ਡਾਕਟਰ ਦੀ ਨਿਗਰਾਨੀ ਦੇ ਵਿੱਚ ਕੀਤਾ ਜਾਂਦਾ ਹੈ। ਜਦੋਂ ਵੀ ਕਰਨਾ ਹੈ ਕਿ ICU 'ਚ ਕਰਨਾ ਸਭ ਤੋਂ ਬਿਹਤਰ ਹੈ, ਤਾਂ ਕਿ ਅਗਰ ਬੱਚੇ ਨੂੰ ਕੋਈ ਲੇਜ਼ਰ ਕਰਦਿਆਂ ਦਿੱਕਤ ਆਉਂਦੀ ਹੈ ਤਾਂ ਜਿਹੜੇ ਬੱਚਿਆਂ ਦੇ ਮਾਹਿਰ ਡਾਕਟਰ ਨੇ ਉਹ ਬੱਚੇ ਨੂੰ ਸੰਭਾਲ ਸਕਣ। ਔਰ ਇੱਕ ਵਾਰੀ ਲੇਜ਼ਰ ਹੋ ਗਈ, ਬਿਮਾਰੀ ਘਟ ਗਈ, ਉਹਦੇ ਬਾਅਦ ਵੀ ਅਗਲੇ 10 ਸਾਲ ਤੱਕ
ਸਾਲਾਨਾ ਰੂਪ ਤੇ ਬੱਚੇ ਦੀਆਂ ਅੱਖਾਂ ਦਾ ਮੁਆਇਨਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹਨਾਂ ਬੱਚਿਆਂ ਨੂੰ ਐਨਕ ਲੱਗਣ ਦੇ ਚਾਂਸਸ ਬਹੁਤ ਹਾਈ ਹੁੰਦੇ ਨੇ। ਸੋ ਇੱਥੇ ਗੱਲਬਾਤ ਕਰ ਲਵਾਂਗਾ ਮੈਡੀਸਨ ਦੀ। ਜਿਹੜੀ ਇਹ ਬਿਮਾਰੀ ਹੈ ਕਿ ਸ਼ੁਰੂ ਤੋਂ ਹੀ ਇਸ ਦੀ ਮੈਡੀਸਨ ਬੱਚੇ ਨੂੰ ਲੱਗ ਜਾਂਦੀ ਹੈ ਤੇ ਕਿੰਨੇ ਸਾਲ ਤੱਕ ਜਾਂਦੀ ਹੈ? ਨਹੀਂ, ਇਹਦੇ 'ਚ ਮੈਡੀਸਿਨ ਕੋਈ ਵੀ ਨਹੀਂ ਹੈ। ਅਸੀਂ ਜਦੋਂ ਲੇਜ਼ਰ ਕਰਨੀ ਹੈ, ਲੇਜ਼ਰ ਤੋਂ ਬਾਅਦ ਹਫਤਾ 10 ਦਿਨ ਆਈ ਡ੍ਰੌਪਸ ਮਾਮੂਲੀ ਜਿਹੇ ਦੇਣੇ ਨੇ, ਉਸ ਤੋਂ ਬਾਅਦ ਕੋਈ ਡ੍ਰੌਪਸ ਨਹੀਂ। ਲੇਕਿਨ ਮਾਂ ਪਿਓ ਨੂੰ ਦੱਸਿਆ ਜਾਂਦਾ ਹੈ ਕਿ ਤੁਸੀਂ ਹਰ 6 ਮਹੀਨੇ ਸਾਲ ਬਾਅਦ ਬੱਚੇ ਦੀਆਂ ਅੱਖਾਂ ਦਾ ਸਾਡੇ ਕੋਲ ਆ ਕੇ ਚੈੱਕਅਪ ਕਰਾਉਣਾ ਹੈ, ਤਾਂ ਕਿ ਅਸੀਂ ਦੇਖ ਸਕੀਏ ਕਿ ਬੱਚੇ ਨੂੰ ਕੋਈ ਐਨਕ ਦਾ ਨੰਬਰ ਤਾਂ ਨਹੀਂ ਆ ਰਿਹਾ। ਅਗਰ ਟਾਈਮ ਸਿਰ ਉਹ ਐਨਕ ਨਾ ਲਗਾਈ ਜਾਏ ਤੇ ਜਿਹੜੀ ਇਹ ਸਾਰੀ ਐਕਸਰਸਾਈਜ਼ ਕੀਤੀ ਹੈ, ਜਿਹੜਾ ਖਰਚਾ ਕੀਤਾ ਹੈ, ਜਿਹੜਾ ਉਪਰਾਲਾ ਕੀਤਾ ਹੈ ਲੇਜ਼ਰ ਕਰਨ ਦਾ, ਉਹ ਵੇਸਟ ਹੋ ਜਾਂਦਾ ਹੈ, ਕਿਉਂਕਿ ਬੱਚਾ ਬਿਨਾਂ ਐਨਕ ਤੋਂ ਧੁੰਦਲਾ ਦੇਖਦਾ ਹੈ ਔਰ ਉਹਦੀ ਨਿਗਾਹ ਹਮੇਸ਼ਾ ਲਈ ਫਿਰ ਧੁੰਦਲੀ ਹੋ ਜਾਂਦੀ ਹੈ। ਸੋ ਜੇਕਰ ਰੇਸ਼ੋ ਦੀ ਗੱਲ ਕੀਤੀ ਜਾਵੇ ਡਾਕਟਰ ਅਜੇ, ਮੈਂ ਰੇਸ਼ੋ ਜਾਨਣਾ ਚਾਹਾਂਗੀ 10 ਦੇ ਵਿੱਚੋਂ ਕਿੰਨੇ ਬੱਚਿਆਂ ਨੂੰ ਮਤਲਬ ਇਹ ਬਿਮਾਰੀ ਲੱਗਣ ਦੇ ਜ਼ਿਆਦਾ ਚਾਂਸਸ ਹੁੰਦੇ ਨੇ? ਨਹੀਂ, ਐਦਾਂ ਰੇਸ਼ੋ ਨਹੀਂ, ਮੈਂ ਤੁਹਾਨੂੰ ਇਸ ਤਰੀਕੇ ਨਾਲ ਸਮਝਾਣਾ ਕਿ ਦੁਨੀਆ ਭਰ ਦੇ ਵਿੱਚ ਜਿਹੜੇ ਪ੍ਰੀ ਮੈਚੁਰ ਬਰਥਸ ਹੁੰਦੇ ਨੇ, ਇੰਡੀਆ ਅਨਫੋਰਚੂਨੇਟਲੀ ਉਹਨਾਂ 'ਚ ਸਭ ਤੋਂ ਉੱਪਰ ਹੈ। ਆਪਣੇ ਦੇਸ਼ ਦੇ ਵਿੱਚ ਤਕਰੀਬਨ 35 ਤੋਂ 40 ਲੱਖ ਪ੍ਰੀ ਮੈਚੁਰ ਡਿਲੀਵਰੀਜ਼ ਹੁੰਦੀਆਂ ਨੇ। ਬਹੁਤ ਵੱਡਾ ਨੰਬਰ। ਕਾਰਨ ਵੀ ਕੀ ਮੰਨਦੇ ਹੋ? ਇਸ ਦਾ ਕਾਰਨ ਦੇਖੋ, ਸਟ੍ਰੈਸਫੁਲ ਲਾਈਫਸਟਾਈਲ ਹੈਗਾ ਹੈ, ਪ੍ਰੋਪਰ ਜਿਹੜੀ ਐਂਟੀਨੇਟਲ ਯਾਨੀ ਕਿ ਬੱਚੇ ਦੇ ਜਨਮ ਤੋਂ ਪਹਿਲੇ ਮਾਂ ਨੂੰ ਪ੍ਰੋਪਰ ਕੇਅਰ ਨਾ ਮਿਲਣਾ, ਕਿਸੇ ਇਲਾਕੇ 'ਚ ਡਾਕਟਰਾਂ ਦੀ ਅਵੇਲੇਬਿਲਿਟੀ ਨਾ ਹੋਣਾ, ਇਹੋ ਜਿਹੇ ਕਾਰਨ ਨੇ, ਜਾਂ ਡਾਕਟਰਾਂ ਕੋਲ ਨਾ ਜਾਣਾ, ਅਨਪੜ੍ਹਤਾ ਦੇ ਕਾਰਨ। ਸੋ ਉਹਦੇ ਕਰਕੇ ਪ੍ਰੀ ਮੈਚੁਰ ਡਿਲੀਵਰੀਜ਼ ਹੋ ਜਾਂਦੀਆਂ ਔਰ ਆਪਣੇ ਦੇਸ਼ ਸਭ ਤੋਂ ਜ਼ਿਆਦਾ ਹੁੰਦੀਆਂ ਨੇ। ਸੋ ਜੇ ਅਸੀਂ ਗੱਲ ਕਰੀਏ ਕਿ 35 ਲੱਖ ਜੇ ਬੱਚੇ ਪ੍ਰੀ ਮੈਚੁਰ ਪੈਦਾ ਹੁੰਦੇ ਨੇ ਇੱਕ ਸਾਲ ਦੇ ਵਿੱਚ, ਉਹਨਾਂ ਚੋਂ ਇਨਫੈਂਟ ਮੋਰਟੈਲਿਟੀ ਰੇਟ ਦੇ ਹਿਸਾਬ ਨਾਲ, ਕਿਉਂਕਿ ਬਹੁਤ ਸਾਰੇ ਬੱਚੇ ਪਹਿਲੇ ਸਾਲ ਜਾਂ ਪਹਿਲੇ ਮਹੀਨੇ ਦੇ ਅੰਦਰ ਅੰਦਰ ਪ੍ਰੀ ਮੈਚੁਰਿਟੀ ਦੇ ਕਾਰਨ ਰੱਬ ਨੂੰ ਪਿਆਰੇ ਹੋ ਜਾਂਦੇ ਨੇ। ਜਿਹੜੇ ਬੱਚੇ ਬਾਕੀ ਬਚਦੇ ਨੇ, ਉਹਨਾਂ ਚੋਂ ਕਈਆਂ ਨੂੰ ਜਿਹੜੇ ਦੂਰ ਦਰਾਜ ਇਲਾਕਿਆਂ 'ਚ ਰਹਿੰਦੇ ਨੇ, ਡਾਕਟਰਾਂ ਕੋਲ ਪਹੁੰਚ ਹੀ ਨਹੀਂ ਸਕਦੇ। ਸੋ ਇੱਕ ਐਸਟੀਮੇਟ ਕੀਤਾ ਗਿਆ ਅੱਜ ਤੋਂ ਕੁਝ ਸਾਲ ਪਹਿਲੇ, ਇੱਕ ਸ਼ੋਧ ਕੀਤਾ ਗਿਆ, ਪਤਾ ਚੱਲਿਆ ਕਿ ਇਹਨਾਂ 35 ਲੱਖ ਚੋਂ ਤਕਰੀਬਨ 1 ਲੱਖ ਬੱਚਾ ਜਿਹੜਾ ਐਸਾ ਹੋਏਗਾ ਜਿਹਨੂੰ ਕਿ ਆਰਓਪੀ ਦੀ ਸਕਰੀਨਿੰਗ ਤੱਕ ਪਹੁੰਚ ਪਾਏਗਾ, ਔਰ ਉਹਨਾਂ ਵਿੱਚੋਂ ਕਿ ਤਕਰੀਬਨ 15 ਤੋਂ 20 ਹਜ਼ਾਰ ਬੱਚਿਆਂ ਨੂੰ ਆਰਓਪੀ ਦੀ ਕੋਈ ਨਾ ਕੋਈ ਛੋਟੀ ਮੋਟੀ ਜਾਂ ਜ਼ਿਆਦਾਤਰ ਗ੍ਰੇਡ ਸਵੈਰਿਟੀ ਦੀ ਬਿਮਾਰੀ ਆਏਗੀ, ਔਰ ਇਹਨਾਂ ਦੇ ਵਿੱਚੋਂ ਕਿ ਤਕਰੀਬਨ 5 ਤੋਂ 10 ਹਜ਼ਾਰ ਬੱਚਿਆਂ ਨੂੰ ਲੇਜ਼ਰ ਦੀ ਲੋੜ ਯਾਨੀ ਆਰਓਪੀ ਦੇ ਕਾਰਨ ਇਲਾਜ ਦੀ ਲੋੜ ਪਏਗੀ। ਹੁਣ ਜੇ ਅਸੀਂ ਧਿਆਨ ਨਾਲ ਗੱਲ ਦੇਖੀਏ ਕਿ ਜਿਹੜਾ ਇਹ 5000 ਦਾ ਫਿਗਰ ਸੀ, ਇਹ ਅੱਜ ਤੋਂ ਕੋਈ ਤਕਰੀਬਨ 10 ਸਾਲ ਪੁਰਾਣਾ ਫਿਗਰ ਸੀ। ਜੇ ਔਰ ਜਿਵੇਂ ਜਿਵੇਂ ਤਰੱਕੀ ਹੁੰਦੀ ਜਾ ਰਹੀ ਹੈ, ਛੋਟੇ ਤੋਂ ਛੋਟਾ ਬੱਚਾ ਬਚਦਾ ਜਾ ਰਿਹਾ ਹੈ, ਜਿੰਨੇ ਛੋਟੇ ਬੱਚੇ ਜ਼ਿਆਦਾ ਬਚਣਗੇ ਓਨਾ ਹੀ ਆਰਓਪੀ ਹੋਣ ਦਾ ਚਾਂਸ ਵੱਧਦਾ ਜਾ ਰਿਹਾ। ਜੇ ਅੱਜ ਉਹਨੂੰ ਮੈਂ ਡਬਲ ਫਿਗਰ ਕਰ ਦੇਵਾਂ, ਯਾਨੀ 10000 ਬੱਚਿਆਂ ਨੂੰ ਸਾਲ ਦੇ ਵਿੱਚ ਜੇ ਲੇਜ਼ਰ ਦੀ ਲੋੜ ਹੈ, 10000 ਬੱਚਿਆਂ ਦਾ ਮਤਲਬ ਹੈ 20000 ਅੱਖਾਂ, ਔਰ ਇੱਕ ਅੱਖ ਦੇ ਉੱਤੇ ਕੋਈ ਤਕਰੀਬਨ ਅੱਧਾ ਘੰਟੇ ਤੋਂ 1 ਘੰਟੇ ਦਾ ਸਮਾਂ ਲੱਗਦਾ ਹੈ ਲੇਜ਼ਰ ਕਰਨ ਦਾ। ਸੋ 20000 ਘੰਟੇ ਜਿਹੜੇ ਹੈ 20000 ਅੱਖਾਂ ਦਾ ਮਤਲਬ ਹੈ ਘੱਟੋ ਘੱਟ 20000 ਘੰਟੇ। ਸੋ ਔਰ ਆਰਓਪੀ ਦਾ ਲੇਜ਼ਰ ਕਰਨ ਵਾਲੇ ਡਾਕਟਰ ਆਪਣੇ ਦੇਸ਼ ਦੇ ਵਿੱਚ ਮਾਤਰ 300 ਤੋਂ 500 ਨੇ। ਸੋ 20000 ਘੰਟਿਆਂ ਨੂੰ ਜੇ ਅਸੀਂ ਇੱਥੇ ਤਕਸੀਮ ਕਰੀਏ, ਤੁਸੀਂ ਆਪਣੇ ਆਪ ਹਿਸਾਬ ਲਗਾ ਲਓ ਇੱਕ ਡਾਕਟਰ ਦੇ ਉੱਤੇ ਕਿੰਨਾ ਵੱਡਾ ਬੋਝ ਹੈ, ਕਿੰਨਾ ਨੂੰ ਕੰਮ ਕਰਨਾ ਪਏਗਾ, ਔਰ ਤਾਂ ਹੀ ਕਰਕੇ ਬਹੁਤ ਸਾਰੇ ਬੱਚੇ ਜਿਹੜੇ ਹੈ ਬਲਾਈਂਡ ਹੋ ਰਹੇ ਨੇ, ਕਿਉਂਕਿ ਉਹ ਡਾਕਟਰ ਤੱਕ ਪਹੁੰਚ ਨਹੀਂ ਪਾ ਰਹੇ। ਸੋ ਇਹਦੇ ਡਾਕਟਰ ਅਜੇ ਇਹ ਵੀ ਜਾਨਣਾ ਚਾਹਾਂਗੇ ਕਿ ਜੇਕਰ ਬੱਚੇ ਨੂੰ ਇਹ ਬਿਮਾਰੀ ਲੱਗ ਜਾਂਦੀ ਹੈ ਤਾਂ ਕੀ ਬੱਚਾ ਉਮਰ ਭਰ ਦੇ ਲਈ ਬਲਾਈਂਡ ਹੋ ਸਕਦਾ ਹੈ, ਜਾਂ ਉਸ ਦੀ ਰੋਸ਼ਨੀ ਹੈ ਜਿਹੜੀ ਕਿ ਦੁਬਾਰਾ ਐਟ ਦ ਏਜ ਆਫ 8th 10th 5th ਦੇ ਵਿੱਚ ਵੀ ਵਾਪਸ ਲੈ ਕੇ ਆ ਸਕਦੇ ਹਾਂ? ਨਹੀਂ ਜੀ, ਇਹ ਅਨਫੋਰਚੂਨੇਟਲੀ ਅਗੇਨ ਇਸ ਬਿਮਾਰੀ ਦਾ ਜਿਹੜਾ ਦੁਖਦ ਜਿਹੜਾ ਐਸਪੈਕਟ ਇਹੀ ਹੈ ਕਿ ਇੱਕ ਵਾਰੀ ਜੇ ਬੱਚਾ ਇਸ ਬਿਮਾਰੀ ਨਾਲ ਨਿਗਾਹ ਖੋ ਦੇਵੇ, ਯਾਨੀ ਨਿਗਾਹ ਉਹਦੀ ਅੱਧੀ ਹੋ ਗਈ ਜਾਂ ਪੂਰੀ ਚਲੀ ਗਈ, ਉਹ ਜ਼ਿੰਦਗੀ ਭਰ ਵਾਪਸ ਨਹੀਂ ਆਣੀ, ਭਾਵੇਂ ਜਿੰਨਾ ਮਰਜ਼ੀ ਉਪਰਾਲਾ ਕਰ ਲਓ, ਜਿੰਨਾ ਮਰਜ਼ੀ ਖਰਚਾ ਕਰ ਲਓ। ਸਾਨੂੰ ਪਿਛਲੇ ਕਈ ਸਾਲਾਂ ਤੋਂ ਇਲਾਜ ਕਰਦੇ ਹੋਏ ਐਸੇ ਮਾਂ-ਬਾਪ ਮਿਲੇ ਨੇ ਜਿਨ੍ਹਾਂ ਨੂੰ ਅਸੀਂ ਜਦੋਂ ਟਾਈਮ ਸਿਰ ਕਿਹਾ ਸੀਗਾ ਕਿ ਲੇਜ਼ਰ ਕਰਵਾ ਲਓ, ਇਲਾਜ ਕਰਵਾ ਲਓ, ਉਦੋਂ ਉਹਨਾਂ ਨੇ ਮਨਾ ਕਰ ਦਿੱਤਾ। ਬਾਅਦ ਵਿੱਚ ਜਦੋਂ ਲੱਛਣ ਆਏ, ਬੱਚੇ ਦੀ ਅੱਖ ਦੀ ਨਿਗਾਹ ਚਲੀ ਗਈ, ਉਦੋਂ ਉਹ ਰੋਂਦੇ ਹੋਏ ਵਿਚਾਰੇ ਸਾਡੇ ਕੋਲ ਆਏ। ਬਹੁਤ ਸਾਰੇ ਪੈਸੇ ਸਾਹਮਣੇ ਰੱਖ ਦਿੰਦੇ ਨੇ ਕਿ ਸਾਡੇ ਬੱਚੇ ਦੀ ਨਿਗਾਹ ਵਾਪਸ ਲੈ ਆਓ ਡਾਕਟਰ ਸਾਹਿਬ, ਲੇਕਿਨ ਉਸ ਵੇਲੇ ਕੁਝ ਨਹੀਂ ਕੀਤਾ ਜਾ ਸਕਦਾ, ਸਿਰਫ ਸਿਵਾਏ ਅਫਸੋਸ ਤੋਂ। ਸੋ ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਕਿਹਾ ਕਿ 300 ਤੋਂ 500 ਡਾਕਟਰ ਹੀ ਮਾਹਰ ਹੁੰਦੇ ਨੇ ਇਸ ਬਿਮਾਰੀ ਦੇ, ਤੁਸੀਂ ਵੀ ਇਸ ਬਿਮਾਰੀ ਦੇ ਮਾਹਰ ਹੋ, ਕਦੋਂ ਤੋਂ ਤੁਸੀਂ ਸਰਵਿਸਿਜ਼ ਦੇ ਰਹੇ ਹੋ ਮਤਲਬ ਬੱਚਿਆਂ ਨੂੰ, ਤੇ ਕਿਵੇਂ ਦੇ ਬੱਚੇ ਦੇਖੇ ਨੇ ਕਿ ਜੇਕਰ ਕੋਈ ਬੱਚਾ ਇਸ ਗੰਭੀਰ ਬਿਮਾਰੀ ਨਾਲ ਪੀੜਿਤ ਹੁੰਦਾ ਹੈ ਤੇ ਕਿ ਉਸ ਦਾ ਇਲਾਜ ਤੁਸੀਂ ਕਰ ਰਹੇ ਹੋ ਤਾਂ ਸਕਸੈਸ ਆਪਰੇਸ਼ਨਸ ਹੁੰਦੇ ਨੇ? ਹਾਂਜੀ, ਦੇਖੋ ਮੈਂ ਇਸ ਬਿਮਾਰੀ ਨੂੰ ਤਕਰੀਬਨ 15 ਸਾਲਾਂ ਤੋਂ ਇਸ ਦਾ ਇਲਾਜ ਕਰ ਰਿਹਾ ਹਾਂ।
ਲੇਜ਼ਰ ਦੇ ਨਾਲ ਵੀ ਔਰ ਅੱਖ ਦੇ ਅੰਦਰ ਟੀਕਿਆਂ ਦੇ ਨਾਲ ਵੀ। ਰੱਬ ਦੀ ਕਿਰਪਾ ਨਾਲ ਮੇਰੇ ਖਿਆਲ ਨਾਲ 90% ਤੋਂ ਜ਼ਿਆਦਾ ਜਿਹੜੇ ਬੱਚੇ ਨੇ ਉਹ ਠੀਕ ਹੋ ਕੇ ਚਲੇ ਗਏ ਨੇ। ਹੁਣ ਤਾਂ ਬੱਚੇ ਕਈ ਵੱਡੇ ਹੋ ਕੇ ਵੱਡੀਆਂ ਕਲਾਸਾਂ 'ਚ ਪੜ੍ਹ ਰਹੇ ਨੇ। ਬਹੁਤ ਖੁਸ਼ੀ ਹੁੰਦੀ ਉਹਨਾਂ ਨੂੰ ਦੇਖ ਕੇ। ਇਸ ਬਿਮਾਰੀ ਦੀ ਟ੍ਰੇਨਿੰਗ ਜਿਹੜੀ ਹੈ ਮੈਂ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਤੋਂ ਬੜੇ ਇੰਡੀਆ ਦੇ ਮਸ਼ਹੂਰ ਡਾਕਟਰ ਨੇ ਡਾਕਟਰ ਰਾਜਵਰਧਨ ਆਜ਼ਾਦ ਉਹਨਾਂ ਕੋਲੋਂ ਲਈ ਹੈ। ਹੈਦਰਾਬਾਦ ਦੇ ਵਿੱਚ LV ਪ੍ਰਸਾਦ ਆਈ ਇੰਸਟੀਚਿਊਟ ਡਾਕਟਰ ਸੁਭਦਰਾ ਜਲਾਲੀ ਦੁਨੀਆ ਭਰ ਦੇ ਮਸ਼ਹੂਰ ਡਾਕਟਰ ਨੇ ROP ਦੇ ਇਲਾਜ ਲਈ। ਇੰਗਲੈਂਡ ਦੇ ਵਿੱਚ ਉਹਨਾਂ ਨੂੰ ਕੁਈਨ ਐਲਿਜ਼ਬeth ਨੇ ਸਨਮਾਨਿਤ ਵੀ ਕੀਤਾ। ਉਹ ਵੀ ਮੇਰੇ ਟੀਚਰ ਰਹੇ ਨੇ। ਇਸ ਬਿਮਾਰੀ ਦੇ ਇਲਾਜ ਮੈਨੂੰ ਟ੍ਰੇਨਿੰਗ ਉਹਨਾਂ ਨੇ ਵੀ ਦਿੱਤੀ ਹੈ। ਸੋ ਕਹਿਣ ਦਾ ਭਾਵ ਇਹ ਹੈ ਕਿ ਜਿੱਥੇ ਵੀ ਹਿੰਦੁਸਤਾਨ 'ਚ ਵਧੀਆ ROP ਦਾ ਇਲਾਜ ਦੀਆਂ ਸੁਵਿਧਾ ਹੈਗੀਆਂ ਮੈਂ ਉੱਥੋਂ ਇਹ ਟ੍ਰੇਨਿੰਗ ਪ੍ਰਾਪਤ ਕਰਕੇ ਵਾਪਸ ਆ ਕੇ ਪੂਰਾ ਟ੍ਰੇਨਿੰਗ ਤੋਂ ਬਾਅਦ ਹੀ ਸ਼ੁਰੂ ਕੀਤਾ ਔਰ ਬਹੁਤ ਸਾਲ ਤੱਕ ਮੈਂ ਇਸ ਬਿਮਾਰੀ ਦਾ ਇਲਾਜ ਦਿੱਲੀ ਦੇ ਵਿੱਚ ਬਹੁਤ ਸਾਰੇ ਹਸਪਤਾਲਾਂ ਦੇ ਵਿੱਚ ਸਕਸੈਸਫੁਲੀ ਕੀਤਾ ਔਰ ਹੁਣ ਆਪਣੀਆਂ ਜਿਹੜੀਆਂ ਸਰਵਿਸਿਜ਼ ਨੇ ਮੈਂ ਪੰਜਾਬ 'ਚ ਦੇ ਰਿਹਾ। ਸੋ ਇੱਥੇ ਗੱਲਬਾਤ ਕੀਤੀ ਹੈ ਜੀ ਅਸੀਂ ਡਾਕਟਰ ਅਜੇ ਕਪੂਰ ਦੇ ਨਾਲ ਜੋ ਕਿ ਮਾਹਿਰ ਨੇ ROP ਦੇ। ROP ਕੀ ਹੈ ਇਸ ਦੇ ਬਾਰੇ ਅੱਜ ਅਸੀਂ ਤੁਹਾਨੂੰ ਜਾਣਕਾਰੀ ਦਿੱਤੀ ਹੈ। ਜੇਕਰ ਤੁਹਾਡੇ ਵੀ ਇਸ ਤਰ੍ਹਾਂ ਕੋਈ ਪ੍ਰੀਮੈਚੁਰ ਬੇਬੀ ਹੁੰਦਾ ਹੈ ਜਾਂ ਜਿਵੇਂ ਕਿ ਡਾਕਟਰ ਸਾਹਿਬ ਨੇ ਉਸਦੇ ਲੱਛਣ ਦੱਸੇ ਨੇ ਉਹ ਲੱਛਣ ਬੇਬੀ ਦੇ ਵਿੱਚ ਪਾਏ ਜਾਂਦੇ ਨੇ ਫਿਰ ਤੁਸੀਂ ਰਾਣਾ ਹਸਪਤਾਲ ਜੋ ਕਿ ਪੱਖੋਵਾਲ ਰੋਡ ਤੇ ਹੈ ਇੱਥੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਡਾਕਟਰ ਅਜੇ ਕਪੂਰ ਇਸ ਚੀਜ਼ ਦੇ ਮਾਹਿਰ ਨੇ। ਹਾਂਜੀ ਬਿਲਕੁਲ ਕਿ ਪੂਰੇ ਭਾਰਤ ਦੀ ਇਹਨਾਂ ਨੇ ਗੱਲ ਕੀਤੀ ਹੈ। ਪੂਰੇ ਭਾਰਤ ਦੇ ਵਿੱਚ 300 ਜਾਂ 500 ਡਾਕਟਰ ROP ਕਰ ਸਕਦੇ ਨੇ ਬੱਚਿਆਂ ਦੀ। ਸੋ ਡਾਕਟਰ ਅਜੇ ਕਪੂਰ ਇਸ ਚੀਜ਼ ਦੇ ਮਾਹਿਰ ਨੇ। ਤੁਸੀਂ ਵਿਜ਼ਿਟ ਕਰ ਸਕਦੇ ਹੋ। ਹਰ 15 ਦਿਨਾਂ ਬਾਅਦ ਜਾਂ ਹਫ਼ਤੇ ਬਾਅਦ ਡਾਕਟਰ ਅਜੇ ਕਪੂਰ ਇਸ ਹਸਪਤਾਲ ਦੇ ਵਿੱਚ ਵਿਜ਼ਿਟ ਕਰਦੇ ਨੇ ਤੇ ਉਹਨਾਂ ਬੱਚਿਆਂ ਦਾ ਇਲਾਜ ਕਰਦੇ ਨੇ ਜਿਹੜੇ ਇਸ ਗੰਭੀਰ ਬਿਮਾਰੀ ਦੇ ਨਾਲ ਪੀੜਿਤ ਹੁੰਦੇ ਨੇ। ਕੈਮਰਾਮੈਨ ਦੀਪਕ ਦੇ ਨਾਲ ਪ੍ਰਿਯੰਕਾ ਸ਼ਰਮਾ।